ਜਿਨ੍ਹਾਂ ਜੰਮੀਆਂ ਧੀਆਂ ਉਹਨਾਂ ਦੀ ਗਾਥਾ ਕੌਣ ਸੁਣੇ। ਲੇਖਿਕਾ ਡਾਕਟਰ हर्षिंदर कौर MD पटियाला। कभी किसी को मुकम्मल जहाँ नहीं मिलता, कहीं ज़मीं तो कहीं आसमां नहीं मिलता ਦੇ ਵਿੱਚ ਸਫਲ ਤੇ ਖੁਸ਼ਹਾਲ ਜ਼ਿੰਦਗੀ ਦਾ ਮੁਕੰਮਲ ਗੁਰ ਲੁਕਿਆ ਪਿਆ ਹੈ। ਅੰਗਰੇਜ਼ੀ ਦੀ ਵੀ ਅਜਿਹੀ ਹੀ ਇੱਕ ਕਹਾਵਤ ਹੈ, ਯੂ ਕੈਨ ਨਾਟ ਹੈਵ ਦਾ ਕੇਕ ਐਂਡ ਈਟ ਇਟ ਟੂ। ਪਰ ਸਾਡਾ ਵਤੀਰਾ ਕੁਝ ਅਜੀਬ ਹੀ ਹੈ। ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਬਹੁਤੀ ਵਾਰ ਮਿਲਦਾ ਨਹੀਂ। ਜੋ ਮਿਲਦਾ ਹੈ ਉਸ ਨਾਲ ਸਾਨੂੰ ਸੰਤੁਸ਼ਟੀ ਨਹੀਂ ਹੁੰਦੀ, ਕਿਉਂਕਿ ਅਸੀਂ ਉਸ ਨੂੰ ਮੰਨਣ ਦੀ ਬਜਾਏ ਦੂਜੇ ਨੂੰ ਵੇਖ ਕੇ ਕੁੜਦੇ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਜੋ ਕੁਝ ਇਸ ਵੇਲੇ ਸਾਡੇ ਕੋਲ ਹੈ ਉਹ ਸਦੀਵੀ ਨਹੀਂ ਹੈ। ਜਦੋਂ ਸਾਡਾ ਆਪਣਾ ਕੁਝ ਖੁੱਸ ਜਾਂਦਾ ਹੈ, ਫਿਰ ਅਸੀਂ ਉਸ ਬਾਰੇ ਅਹਿਸਾਸ ਕਰਦੇ ਹਾਂ ਤੇ ਦੁਬਾਰਾ ਸ਼ਿਕਾਇਤਾਂ ਦਾ ਭੰਡਾਰਾ ਖੋਲ੍ਹ ਬੈਠਦੇ ਹਾਂ ਕਿ ਇਹ ਸਾਡੇ ਮੰਨਣ ਤੋਂ ਬਿਨਾਂ ਖੁੱਸਿਆ ਕਿਉਂ। ਮੈਨੂੰ ਤਾਂ ਕੁਝ ਅਜਿਹੀ ਹੀ ਸਮਝ ਲੱਗੀ ਜਦੋਂ ਹਰਿਆਣੇ ਵਿਚਲੇ 1 ਕਰੋੜਪਤੀ ਬਿਜ਼ਨਸਮੈਨ ਨੇ ਮੈਨੂੰ ਫੋਨ ਕਰਕੇ ਆਪਣੇ ਅਤੇ ਆਪਣੇ ਬੱਚੇ ਬਾਰੇ ਗੱਲ ਕੀਤੀ। ਉਹ ਕਹਿ ਰਿਹਾ ਸੀ, ਮੇਰੇ ਕੋਲ ਬਹੁਤ ਵੱਡਾ ਬਿਜ਼ਨਸ ਹੈ, 4 ਕਾਰਾਂ ਹਨ, 5-6 ਕੋਠੀਆਂ ਹਨ, ਪਲਾਟ ਹਨ, ਮੇਰੇ 2 ਮੁੰਡੇ ਹਨ ਤੇ ਅਸੀਂ ਸਾਲ ਵਿੱਚ 2 ਵਾਰ ਵਤਨੋਂ ਬਾਹਰ ਘੁੰਮ ਫਿਰ ਆਉਂਦੇ ਹਾਂ। ਮੇਰੀ ਵਹੁਟੀ ਵੀ ਬੜੀ ਵਧੀਆ ਹੈ। ਪਰਮਾਤਮਾ ਦਾ ਸ਼ੁਕਰ ਹੈ ਕਿ ਸਾਨੂੰ ਹਾਲੇ ਤੱਕ ਕੋਈ ਬਿਮਾਰੀ ਵੀ ਨਹੀਂ ਲੱਗੀ। ਮੈਂ ਹੈਰਾਨ ਸੀ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਮੇਰੀ ਕੀ ਲੋੜ ਪੈ ਗਈ। ਪੁੱਛਣ ਤੇ ਕਹਿਣ ਲੱਗਾ, ਮੈਂ ਤੇ ਮੇਰਾ ਵੱਡਾ ਮੁੰਡਾ ਢੈਂਦੀ ਕਲਾ ਵਿੱਚ ਰਹਿਣ ਲੱਗ ਪਏ ਹਾਂ, ਕਿਉਂਕਿ ਸਾਡਾ ਅਖਬਾਰਾਂ ਵਿੱਚ ਨਾਂ ਨਹੀਂ ਆਉਂਦਾ। ਬਹੁਤੇ ਲੋਕ ਸਾਨੂੰ ਜਾਣਦੇ ਨਹੀਂ। ਕੀ ਅਜਿਹਾ ਸੁਣ ਕੇ ਤੁਹਾਨੂੰ ਵੀ ਨਹੀਂ ਭਾਸਦਾ ਕਿ ਜਿਹੜੀ ਚੀਜ਼ ਨੂੰ ਬਾਕੀ ਤਰਸਦੇ ਹੋਣ, ਉਹ ਚੀਜ਼ ਮਿਲੀ ਹੋਣ ਤੇ ਵੀ ਉਸ ਨੂੰ ਮੰਨਣਾ ਛੱਡ ਕੇ ਹੋਰ ਨਵੀਂ ਚੀਜ਼ ਦੀ ਤਮੰਨਾ ਕਰਕੇ ਢੈਂਦੀ ਕਲਾ ਵੱਲ ਜਾਣਾ ਕਿੰਨੀ ਗਲਤ ਗੱਲ ਹੈ। ਕੁਝ ਅਜਿਹਾ ਹੀ ਹਾਲ ਬੱਚਿਆਂ ਵਾਲਿਆਂ ਦਾ ਹੈ। ਜਿਸ ਘਰ ਵਿੱਚ ਔਲਾਦ ਨਹੀਂ ਹੁੰਦੀ, ਉਹ ਬੱਚੇ ਲਈ ਤਰਸਦੇ ਫਿਰਦੇ ਹਨ ਕਿ ਕੁੜੀ ਹੋਵੇ ਭਾਵੇਂ ਮੁੰਡਾ, ਬਸ ਘਰ ਵਿੱਚ ਔਲਾਦ ਹੋ ਜਾਵੇ। ਜਿਸ ਘਰ ਵਿੱਚ ਬੱਚਾ ਪੈਦਾ ਹੋ ਜਾਵੇ, ਉਹ ਇਹ ਸ਼ੁਕਰ ਕਰਨ ਦੀ ਬਜਾਏ ਕਿ ਘਰ ਵਿੱਚ ਰੌਣਕ ਆ ਗਈ, ਕੁੜੀ ਪੈਦਾ ਹੋਈ ਵੇਖ ਕੇ ਆਪਣੀ ਕਿਸਮਤ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਨ। ਦੋਗਲੇਪਨ ਦੀ ਹੱਦ ਟੱਪੀ ਜਾ ਚੁੱਕੀ ਹੈ, ਕਿਉਂਕਿ ਹਰ ਜਣਾ ਇਹ ਜ਼ਰੂਰੀ ਕਹਿੰਦਾ ਹੈ ਕਿ ਕੁੜੀ ਜੰਮੇ, ਪਰ ਇਹਨਾਂ ਵਿੱਚੋਂ ਬਹੁਤੇ ਨਾਲ ਇਹ ਸਤਰਾਂ ਵੀ ਜੋੜ ਦਿੰਦੇ ਹਨ, ਸਾਡੇ ਘਰ ਨਹੀਂ ਕਿਸੇ ਹੋਰ ਦੇ ਘਰ। ਹੁਣ ਕੁਝ ਅਜਿਹੀਆਂ ਔਰਤਾਂ ਦਾ ਰੋਣਾ ਵੀ ਸੁਣੋ ਜਿਨ੍ਹਾਂ ਦੇ ਢਿੱਡੋਂ ਕੁੜੀਆਂ ਜੰਮੀਆਂ ਹਨ ਤੇ ਉਹਨਾਂ ਨਾਲ ਕੀ ਵਾਪਰ ਰਿਹਾ ਹੈ। ਇਹਨਾਂ ਦੀ ਦੁੱਖ ਭਰੀ ਗਾਥਾ ਸੁਣ ਕੇ ਕੋਈ ਵੀ ਕਹਿ उठेगा, आकाश में तारों की कमी नहीं देखी जाती, चमन में फूलों की कमी नहीं देखी जाती, ऐ खुदा उनके गम मुझे दे दे, उन मासूम निगाहों में नमी नहीं देखी जाती। एक दुखियारी माँ अपनी धी नूं नाल लै के मेरे कोल हस्पताल आई। उस मैनूं दस्सिया मेरी दोहतरी 3 वरियां दी हो चुकी है ते मेरी कुड़ी दे सहुरे उस नूं कुड़ी जम्मण तो बाद वापस ही नहीं लैण आए। 3 ਸਾਲ ਤੋਂ ਟਾਲ ਮਟੋਲ ਚੱਲ ਰਹੀ ਹੈ। ਅਸੀਂ ਬਹੁਤ ਗਰੀਬ ਹਾਂ, ਕੇਸ ਕਰਨ ਜੋਗੇ ਸਾਡੇ ਕੋਲ ਪੈਸੇ ਨਹੀਂ। ਦੂਜੀ ਕੁੜੀ ਵਿਆਹੁਣ ਵਾਲੀ ਬੈਠੀ ਹੈ। ਹੁਣ ਬੱਚੀ ਦੀ ਬਿਮਾਰੀ ਦਾ ਖਰਚ ਪਿਓ ਤੋਂ ਲੈਣ ਲਈ ਕੇਸ ਕੀਤਾ ਹੈ। ਕਿ ਤੁਸੀਂ ਗਵਾਹੀ ਦਿਓਗੇ ਕਿ ਬੱਚੀ ਦਾ ਇਲਾਜ ਵਾਕਿਆ ਹੀ ਚੱਲ ਰਿਹਾ ਹੈ। ਉਹ ਸੱਚਮੁੱਚ 2 ਸਾਲ ਤੋਂ ਮੇਰੇ ਕੋਲੋਂ ਬੱਚੀ ਦਾ ਇਲਾਜ ਕਰਵਾ ਰਹੇ ਸਨ। ਇਸ ਲਈ ਮੈਂ ਤਰਸ ਖਾ ਕੇ ਉਸ ਲਈ ਕੋਰਟ ਵਿੱਚ ਗਵਾਹੀ ਦੇ ਆਈ ਕਿ ਬੱਚੀ ਦਾ ਵਾਕਿਆ ਹੀ ਇਲਾਜ ਚੱਲ ਰਿਹਾ ਹੈ। 6 ਮਹੀਨੇ ਹੋਰ ਟੱਪ ਚੁੱਕੇ ਹਨ, ਪਰ ਸਿਵਾਏ ਉਹਦੇ ਸਹੁਰਿਆਂ ਵੱਲੋਂ ਮੈਨੂੰ ਧਮਕੀ ਦੇਣ ਦੇ ਕੁਝ ਵੀ ਨਹੀਂ ਸਰਕਿਆ। ਇੱਕ ਹੋਰ ਇਸੇ ਹੀ ਤਰ੍ਹਾਂ ਦਾ ਕੇਸ ਸਾਹਮਣੇ ਆਇਆ ਜਦੋਂ ਹਸਪਤਾਲ ਵਿੱਚ ਮੈਨੂੰ ਇੱਕ ਔਰਤ ਆਪਣੀ ਬੱਚੀ ਨਾਲ ਆ ਕੇ ਮਿਲੀ। ਉਸ ਦਾ ਕਹਿਣਾ ਸੀ ਕਿ ਜਦੋਂ ਤੋਂ ਉਹਦੇ ਘਰ ਬੇਟੀ ਪੈਦਾ ਹੋਈ ਹੈ, ਉਸ ਦਾ ਜੀਣਾ ਹਰਾਮ ਹੋਇਆ ਪਿਆ ਹੈ। ਉਸ ਦੱਸਿਆ, ਸਹੁਰੇ ਘਰੋਂ ਲਗਭਗ ਧੱਕੇ ਮਾਰ ਕੇ ਮੈਨੂੰ ਬਾਹਰ ਕੱਢਿਆ ਗਿਆ ਹੈ ਤੇ ਪਿਛਲੇ 5 ਸਾਲਾਂ ਤੋਂ ਮੈਂ ਪੇਕੇ ਘਰ ਭਾਬੀਆਂ ਦੇ ਰਹਿਮੋ ਕਰਮ ਤੇ ਬੈਠੀ ਹਾਂ। ਮੇਰੇ ਘਰ ਵਾਲੇ ਨੇ ਇੱਕ ਹੋਰ ਔਰਤ ਘਰ ਬਿਠਾ ਲਈ ਹੈ, ਪਰ ਵਿਆਹ ਤੋਂ ਬਗੈਰ। ਮੈਂ ਤਲਾਕ ਲੈ ਕੇ ਵੀ ਕਿੱਥੇ ਧੱਕੇ ਖਾਵਾਂ। ਮੇਰੇ ਮਾਪੇ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਜੇ ਮੇਰੇ ਨਾਲ ਮੇਰੀ ਧੀ ਨਾ ਹੁੰਦੀ ਤਾਂ ਹੁਣ ਤੱਕ ਮੈਂ ਖੁਦਕੁਸ਼ੀ ਕਰ ਚੁੱਕੀ ਹੁੰਦੀ। ਹੁਣ ਵੀ ਕਦੇ ਕਦਾਈ ਦਿਲ ਕਰਦਾ ਹੈ ਇਸ ਨੂੰ ਮਾਰ ਕੇ ਆਪ ਮਰ ਜਾਵਾਂ। ਲੋਕ ਕਹਿੰਦੇ ਹਨ, ਜਿਸ ਔਰਤ ਲਈ ਮਾਂ ਬਣਨ ਦਾ ਸਬੱਬ ਬਣਿਆ ਹੋਵੇ
ਉਸ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ। ਕੀ ਅਜਿਹੀ ਹੁੰਦੀ ਹੈ ਰੱਬ ਦੀ ਰਹਿਮਤ, ਜਾਂ ਫਿਰ ਰਹਿਮਤ ਸਿਰਫ ਢਿੱਡੋਂ ਮੁੰਡੇ ਜੰਮਣ ਤੇ ਹੀ ਹੁੰਦੀ ਹੈ? ਇਸ ਤੀਸਰੀ ਮਾਂ ਬਾਰੇ ਮੈਂ ਸ਼ਾਇਦ ਜ਼ਿਕਰ ਹੀ ਨਾ ਕਰਦੀ ਜੇ ਮੈਂ ਇੱਕ ਅੰਗਰੇਜ਼ੀ ਦੀ ਅਖਬਾਰ ਵਿੱਚ ਉਸ ਵਰਗੀ ਹਾਲਤ ਵਿੱਚੋਂ ਲੰਘੀ ਹਰਿਆਣੇ ਦੇ ਇੱਕ ਸ਼ਹਿਰ ਦੀ ਔਰਤ ਬਾਰੇ ਨਾ ਪੜ੍ਹਿਆ ਹੁੰਦਾ। ਮੈਂ ਅਸਲ ਵਿੱਚ ਉਸ ਔਰਤ ਦੇ ਕਹੇ ਤੇ ਇਤਬਾਰ ਹੀ ਨਹੀਂ ਸੀ ਕਰ ਸਕੀ ਕਿ ਕੋਈ ਇੰਨਾ ਜ਼ੁਲਮ ਕਿਵੇਂ ਸਹਿ ਸਕਦਾ ਹੈ, ਤੇ ਉਹ ਇਨਸਾਨ ਜਿਹੜਾ ਇੰਨਾ ਜ਼ੁਲਮ ਢਾਹ ਰਿਹਾ ਹੈ, ਇਨਸਾਨੀ ਰੂਪ ਵਿੱਚ ਕੋਈ ਰਾਖਸ਼ ਹੀ ਹੋ ਸਕਦਾ ਹੈ। ਉਹ ਮਾਂ ਆਪਣੀ 2 ਦਿਨ ਦੀ ਬੱਚੀ ਨੂੰ ਦਿਖਾਉਣ ਲਈ ਮੇਰੇ ਕੋਲ ਲੈ ਕੇ ਹਸਪਤਾਲ ਆਈ ਤਾਂ ਉਸ ਦੀ ਬੱਚੀ ਕੱਪੜਿਆਂ ਤੋਂ ਬਗੈਰ ਸੀ ਤੇ ਉਸ ਦੀ ਮਾਂ ਦੇ ਕੱਪੜੇ ਵੀ ਬਿਲਕੁਲ ਪਾਟੇ ਪਏ ਸਨ। ਉਸ ਔਰਤ ਦੀ ਸ਼ਕਲ ਬਿਲਕੁਲ ਪੀਲੀ ਪੈ ਚੁੱਕੀ ਸੀ ਤੇ ਉਸ ਦੀ ਗਰਦਨ ਤੇ ਬਾਹਾਂ ਉੱਤੇ ਕਾਫੀ ਜ਼ਖਮ ਸਨ। ਪੁੱਛਣ ਤੇ ਉਸ ਦੱਸਿਆ, ਜਿਸ ਦਿਨ ਅਲਟਰਾਸਾਊਂਡ ਤੇ ਪਤਾ ਲੱਗਿਆ ਕਿ ਮੇਰੇ ਢਿੱਡ ਅੰਦਰ ਕੁੜੀ ਹੈ, ਮੈਨੂੰ ਉਸੇ ਦਿਨ ਹੁਕਮ ਸੁਣਾ ਦਿੱਤਾ ਗਿਆ ਕਿ ਸਫਾਈ ਕਰਾਉਣੀ ਹੈ। ਮੈਂ ਆਪਣੀ ਜਿੱਦ ਤੇ ਅੜੀ ਰਹੀ ਕਿ ਮੈਂ ਤਾਂ ਆਪਣੀ ਕੁੱਖ ਅੰਦਰ ਕਤਲ ਨਹੀਂ ਕਰਵਾਉਣਾ ਤੇ ਧੀ ਨੂੰ ਜਨਮ ਜ਼ਰੂਰ ਦੇਵਾਂਗੀ। ਉਸ ਫੈਸਲੇ ਕਰਕੇ ਮੈਨੂੰ ਮੇਰੇ ਸਹੁਰਿਆਂ ਨੇ ਬਹੁਤ ਕੁੱਟਿਆ। ਮੇਰੇ ਘਰ ਵਾਲੇ ਨੇ ਮੈਨੂੰ ਕਈ ਦਿਨ ਬਿਜਲੀ ਦੇ ਕਰੰਟ ਲਾਏ ਕਿ ਸ਼ਾਇਦ ਕੁੱਖੋਂ ਕੁੜੀ ਮਰ ਜਾਏ। ਇੱਕ ਦਿਨ ਤਾਂ ਮੈਨੂੰ ਪੱਖੇ ਤੋਂ ਟੰਗ ਕੇ ਫਾਹਾ ਹੀ ਦੇ ਦਿੱਤਾ ਤੇ ਮੈਨੂੰ ਮਰਿਆ ਸਮਝ ਕੇ ਘਰ ਬੰਦ ਕਰਕੇ ਛੱਡ ਗਏ। ਰੱਸੀ ਢਿੱਲੀ ਹੋਣ ਕਰਕੇ ਮੈਂ ਬਚ ਗਈ। ਕਿਸੇ ਤਰ੍ਹਾਂ ਆਪਣੇ ਪੇਕੇ ਘਰ ਵਾਪਸ ਪਹੁੰਚੀ। ਉਹਨਾਂ ਮੈਨੂੰ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉੱਥੇ ਹੋਰ ਧੀਆਂ ਵਿਆਹੁਣ ਵਾਲੀਆਂ ਬੈਠੀਆਂ ਸਨ। ਮੈਂ ਧੱਕੇ ਖਾਂਦੀ ਇੱਕ ਆਸ਼ਰਮ ਵਿੱਚ ਗਈ ਤਾਂ ਉੱਥੋਂ ਦੇ ਮਾਲਕ ਨੇ ਮੇਰੇ ਨਾਲ ਧੱਕਾ ਕਰਨਾ ਚਾਹਿਆ। ਉੱਥੋਂ ਵੀ ਕਿਸੇ ਤਰ੍ਹਾਂ ਬਚ ਕੇ ਵਾਪਸ ਆ ਗਈ। ਹੁਣ ਗੁਰਦੁਆਰੇ ਵਿੱਚ ਵਕਤ ਕੱਟੀ ਕਰ ਰਹੀ ਹਾਂ। ਉੱਥੇ ਗੁਸਲਖਾਨੇ ਵਿੱਚ ਗਈ ਤਾਂ ਇਹ ਬੱਚੀ ਆਪੇ ਹੀ ਪੈਦਾ ਹੋ ਗਈ। ਮੇਰੇ ਮੂੰਹ ਉੱਤੇ ਬੇਯਕੀਨੀ ਦੇਖ ਕੇ ਉਸਨੇ ਆਪਣੀ ਪਿੱਠ ਨੰਗੀ ਕਰਕੇ ਵਿਖਾਈ। ਸਾਰੀ ਪਿੱਠ ਜ਼ਖਮਾਂ ਨਾਲ ਭਰੀ ਪਈ ਸੀ ਤੇ ਉੱਥੇ ਪਈਆਂ ਲਾਸ਼ਾਂ ਆਪਣੀਆਂ ਕਹਾਣੀਆਂ ਆਪ ਹੀ ਸੁਣਾ ਰਹੀਆਂ ਸਨ। ਇਹ ਸਜ਼ਾ ਸੀ ਪੰਜਾਬ ਦੇ ਵਿੱਚ ਆਪਣੀ ਕੁੱਖ ਵਿੱਚ ਪਲ ਰਹੀ ਕੁੜੀ ਨੂੰ ਨਾ ਮਾਰਨ ਦੀ। ਅਜਿਹਾ ਹਰਿਆਣੇ ਵਿੱਚ ਵੀ ਹੋ ਰਿਹਾ ਹੈ। ਇਹ ਅਖਬਾਰ ਦੀ ਖਬਰ ਨੇ ਪੁਸ਼ਟੀ ਕਰ ਦਿੱਤੀ ਹੈ। ਇਸ ਚੌਥੀ ਮਾਂ ਦੀ ਕਹਾਣੀ ਤਾਂ ਮੈਂ ਉਸ ਦੀ ਮੌਤ ਤੋਂ ਬਾਅਦ ਹੀ ਦੱਸਣ ਲੱਗੀ ਹਾਂ। ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤੋਂ ਆਈ ਇੱਕ ਚਿੱਠੀ ਨੇ ਮੈਨੂੰ ਹਲੂਣ ਸੁੱਟਿਆ ਹੈ। ਇਹ ਚਿੱਠੀ ਮਰਨ ਵਾਲੀ ਔਰਤ ਦੀ ਸਕੀ ਭੈਣ ਨੇ ਮੈਨੂੰ ਲਿਖੀ ਹੈ ਤੇ ਦੱਸਿਆ ਹੈ, ਮੈਂ ਘਰ ਵਿੱਚ ਸਭ ਤੋਂ ਵੱਡੀ ਹਾਂ। ਮੇਰੀਆਂ 2 ਛੋਟੀਆਂ ਭੈਣਾਂ ਸਨ। ਸਾਡਾ ਕੋਈ ਭਰਾ ਨਹੀਂ ਹੈ। ਮੇਰਾ ਪਿਓ ਸ਼ਰਾਬੀ ਸੀ ਤੇ ਸ਼ਰਾਬ ਦੇ ਅਸਰ ਹੇਠ ਰੋਜ਼ ਮਾਂ ਨੂੰ ਕੁੱਟਦਾ ਸੀ। ਕੁੜੀ ਹੋਣ ਕਰਕੇ ਮੈਨੂੰ ਪੈਦਾ ਹੋਣ ਸਾਰ ਨਾਨਕੇ ਭੇਜ ਦਿੱਤਾ ਗਿਆ। ਮੇਰਾ ਮਾਮਾ ਕੋਈ ਨਹੀਂ ਸੀ। ਮੇਰੀਆਂ 2 ਹੋਰ ਭੈਣਾਂ ਜੰਮਣ ਤੋਂ ਬਾਅਦ ਮੇਰੇ ਪਿਓ ਦੇ ਕੁੜੀਆਂ ਜੰਮਣ ਕਰਕੇ ਜ਼ੁਲਮ ਇੰਨੇ ਵੱਧ ਗਏ ਕਿ ਉਸਨੇ ਮੇਰੀ ਮਾਂ ਨੂੰ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮੇਰੀ ਮਾਂ ਉਹ ਘਰ ਛੱਡ ਕੇ ਆਪਣੇ ਪੇਕੇ ਜਾਨੀ ਮੇਰੇ ਕੋਲ ਤੇ ਨਾਨੀ ਨਾਨਾ ਕੋਲ ਆ ਗਈ। ਸਿਰਫ ਇੱਕ ਬਜ਼ੁਰਗ ਨਾਨਾ ਜੀ ਕਮਾਉਣ ਵਾਲੇ ਤੇ ਅਸੀਂ ਸਭ ਖਾਣ ਵਾਲੇ। ਅਖੀਰ ਮੇਰੇ ਨਾਨਾ ਜੀ ਵੀ ਚੱਲ ਵਸੇ। ਮੈਂ ਤੇ ਮੇਰੀ ਮੰਮੀ ਨੇ ਪ੍ਰਾਈਵੇਟ ਕੰਮ ਕਰਕੇ ਔਖੇ ਸੌਖੇ ਦੂਜੇ ਨੰਬਰ ਦੀ ਭੈਣ ਦਾ ਵਿਆਹ ਕਰ ਦਿੱਤਾ। ਉਹਨਾਂ ਬਹੁਤ ਦਾਜ ਮੰਗਿਆ ਜਿਹੜਾ ਅਸੀਂ ਕਰਜ਼ਾ ਚੁੱਕ ਕੇ ਦਿੱਤਾ। ਵਿਆਹ ਤੋਂ ਸਾਲ ਬਾਅਦ ਉਸ ਦੇ ਘਰ ਵੀ ਕੁੜੀ ਜੰਮ ਪਈ। ਉਸ ਦੇ ਸਹੁਰਿਆਂ ਨੇ ਉਸ ਦੀ ਕੁੱਟਮਾਰ ਤੇ ਉਸ ਉੱਤੇ ਬੇਅੰਤ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਸਾਰਾ ਕੁਝ ਮੈਨੂੰ ਫੋਨ ਉੱਤੇ ਦੱਸਿਆ ਤੇ ਅੱਗੋਂ ਮਾਂ ਨੂੰ ਦੱਸਣ ਤੋਂ ਰੋਕ ਦਿੱਤਾ। ਮੈਂ ਵੀ ਕਿਹੜੇ ਮੂੰਹ ਨਾਲ ਮਾਂ ਨੂੰ ਦੱਸਦੀ ਕਿ ਕੁੜੀ ਜੰਮਣ ਕਰਕੇ ਉਸ ਦੀ ਕੁੜੀ ਵੀ ਉਹਨਾਂ ਹੀ ਹਾਲਤਾਂ ਵਿੱਚੋਂ ਲੰਘ ਰਹੀ ਹੈ ਜਿਸ ਵਿੱਚੋਂ ਉਹ ਆਪ ਲੰਘ ਚੁੱਕੀ ਹੈ। ਕਿਸ ਤਰ੍ਹਾਂ ਮੈਂ ਮਾਂ ਨੂੰ ਆਖਦੀ ਕਿ ਹੁਣ ਆਪਣੀ ਧੀ ਨੂੰ ਵੀ ਪੇਕੇ ਹੀ ਬੁਲਾਉਣਾ ਪਵੇਗਾ ਤੇ ਉਸ ਦੇ ਸਹੁਰੇ ਉਸ ਨੂੰ ਰਾਤ ਭਰ ਨਿੱਕੀ ਜੀ ਬੱਚੀ ਗੋਦ ਵਿੱਚ ਪਾ ਕੇ ਬਾਹਰ ਕੱਢ ਛੱਡਦੇ ਹਨ। ਅਖੀਰ ਇੱਕ ਦਿਨ ਰਾਤ ਨੂੰ ਮੇਰੀ ਭੈਣ ਦਾ ਫੋਨ ਆਇਆ ਕਿ ਮਾਂ ਨੂੰ ਕੁਝ ਨਾ ਦੱਸੀ, ਪਰ ਮੈਨੂੰ ਅੱਜ ਇਹਨਾਂ ਨੇ ਇੰਨਾ ਕੁੱਟਿਆ ਹੈ ਕਿ ਮੈਨੂੰ ਜਾਪਦਾ ਹੈ ਮੇਰੀ ਲੱਤ ਸ਼ਾਇਦ ਟੁੱਟ ਗਈ ਹੈ, ਪਰ ਮੈਂ ਫਿਰ ਵੀ ਸਭ ਕੁਝ ਬਰਦਾਸ਼ਤ ਕਰਾਂਗੀ ਤੇ ਤੁਹਾਡੇ ਉੱਤੇ ਬੋਝ ਨਹੀਂ ਬਣਾਂਗੀ। ਅਗਲੇ ਦਿਨ ਉਸ ਦੇ ਸਹੁਰਿਓਂ ਫੋਨ ਆਇਆ ਕਿ ਆਪਣੀ ਕੁੜੀ ਨੂੰ ਆ ਕੇ ਮਿਲ ਲਵੋ, ਉਹ ਬਹੁਤ ਬਿਮਾਰ ਹੈ। ਜਦੋਂ ਅਸੀਂ ਸਭ ਉੱਥੇ ਗਏ ਤਾਂ ਸਾਨੂੰ ਸਾਡੀ ਭੈਣ ਦੀ ਲਾਸ਼ ਪਈ ਹੋਈ ਮਿਲੀ। ਪੋਸਟਮਾਰਟਮ ਤੇ ਸਾਬਤ ਹੋ ਗਿਆ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਸਰੀਰ ਉੱਤੇ ਇੰਨੇ ਨੀਲ ਸਨ ਕਿ ਮਾਰ ਕੁਟਾਈ ਦੀ ਇੰਤਹਾ ਸਾਫ਼ ਦਿਸ ਰਹੀ ਸੀ। ਇਹ ਸੀ ਕੁੜੀ ਜੰਮਣ ਦੀ ਸਜ਼ਾ। ਉਸ ਦੇ ਸੰਸਕਾਰ ਵਾਲਾ ਦਿਨ ਉਸ ਦਾ ਜਨਮ ਦਿਨ ਵੀ ਸੀ।
ਅਸੀਂ ਹੁਣ ਕੇਸ ਵੀ ਕੀਤਾ ਹੋਇਆ ਹੈ ਤੇ ਸਾਡਾ ਹੁਣ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ। ਉਸ ਦੇ ਕਾਤਲ ਪੈਸੇ ਦੇ ਕੇ ਛੁੱਟ ਗਏ ਤੇ ਖੁੱਲ੍ਹੇਆਮ ਫਿਰਦੇ ਹਨ। ਕੇਸ ਤਾਂ ਪਤਾ ਨਹੀਂ ਕਿੰਨੇ ਸਾਲ ਹੋਰ ਲਟਕੇਗਾ ਤੇ ਅਸੀਂ ਉਦੋਂ ਤੱਕ ਜ਼ਿੰਦਾ ਵੀ ਰਹਾਂਗੇ ਜਾਂ ਨਹੀਂ। ਕੀ ਹੁਣ ਤੁਸੀਂ ਮੈਨੂੰ ਦੱਸੋਗੇ, ਕਿਉਂਕਿ ਤੁਸੀਂ ਕੁੜੀਆਂ ਜੰਮਣ ਲਈ ਹੋਕਾ ਦੇ ਰਹੇ ਹੋ, ਕਿ ਮੇਰੇ ਜਾਂ ਮੇਰੀ ਸਭ ਤੋਂ ਛੋਟੀ ਭੈਣ ਦੇ ਘਰ ਅੱਗੋਂ ਕੁੜੀ ਪੈਦਾ ਹੋਣੀ ਚਾਹੀਦੀ ਹੈ? ਇਹਨਾਂ ਤੋਂ ਇਲਾਵਾ ਅਜਿਹੇ ਅਨੇਕਾਂ ਕਿੱਸੇ ਰੋਜ਼ ਸੁਣਨ ਵਿੱਚ ਆਉਂਦੇ ਹਨ ਜਿੱਥੇ ਕੁੜੀ ਜੰਮਣ ਕਾਰਨ ਮਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ, ਪਰ ਇਸ ਹੱਦ ਤੱਕ ਕਿ ਕੁੜੀ ਜੰਮਣਾ ਕਤਲ ਕਰਨ ਤੋਂ ਵੀ ਭਿਆਨਕ ਕਾਰਾ ਹੋ ਚੁੱਕਿਆ ਹੈ। ਤੁਸੀਂ ਆਪ ਹੀ ਫੈਸਲਾ ਕਰਕੇ ਵੇਖੋ। ਇੱਕ ਪਾਸੇ ਉਹ ਆਦਮੀ ਜਿਸ ਬਾਰੇ ਮੈਂ ਪਹਿਲਾਂ ਦੱਸਿਆ ਹੈ, ਸਭ ਕੁਝ ਹੋਣ ਦੇ ਬਾਵਜੂਦ ਬੇਵਜ੍ਹਾ ਢਹਿੰਦੀ ਕਲਾ ਵੱਲ ਜਾ ਰਿਹਾ ਹੈ, ਤੇ ਦੂਜੇ ਪਾਸੇ ਤਸ਼ੱਦਦ ਦੀ ਹੱਦ ਵਿੱਚੋਂ ਲੰਘਣ ਤੋਂ ਬਾਅਦ ਵੀ ਇੱਕ ਔਰਤ ਆਪਣੀ ਧੀ ਜੰਮਣ ਨੂੰ ਤਿਆਰ ਸੀ ਤੇ ਧੀ ਜੰਮਣ ਵਾਸਤੇ ਜਿੰਦਾ ਰਹਿਣ ਦੀ ਹਿੰਮਤ ਹੀ ਉਸ ਨੂੰ ਇੰਨੀ ਮਾਰ ਸਹਿਣ ਦੀ ਤਾਕਤ ਦੇ ਰਹੀ ਸੀ। ਕਿਹੜੇ ਮੂੰਹ ਨਾਲ ਮੈਂ ਇਹਨਾਂ ਮਾਵਾਂ ਨੂੰ ਸ਼ਾਬਾਸ਼ੀ ਦੇਵਾਂ? ਕਿਸ ਤਰ੍ਹਾਂ ਦੀ ਜ਼ਿੰਦਗੀ ਉਹ ਆਪ ਜੀ ਰਹੀਆਂ ਹਨ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਆਪਣੀ ਧੀ ਨੂੰ ਦੇਣਗੀਆਂ? ਕਸੂਰ ਕਿਸ ਦਾ ਹੈ ਤੇ ਸਜ਼ਾ ਕੌਣ ਭੁਗਤ ਰਿਹਾ ਹੈ? ਸਭ ਜਾਣਦੇ ਹਨ ਕਿ ਕੁਦਰਤ ਨੇ ਮੁੰਡਾ ਜੰਮਣ ਵਾਲਾ ਵਾਈ ਕ੍ਰੋਮੋਸੋਮ ਸਿਰਫ ਮਰਦ ਨੂੰ ਦਿੱਤਾ ਹੈ, ਤੇ ਇਹ ਸਿਰਫ ਅਤੇ ਸਿਰਫ ਮਰਦ ਤੇ ਹੀ ਨਿਰਭਰ ਕਰਦਾ ਹੈ ਕਿ ਜੰਮਣ ਵਾਲੀ ਔਲਾਦ ਬੇਟੀ ਹੋਵੇਗੀ ਜਾਂ ਬੇਟਾ। ਔਰਤ ਇਸ ਦੀ ਕਿਸੇ ਵੀ ਤਰੀਕੇ ਨਾਲ ਜ਼ਿੰਮੇਵਾਰ ਨਹੀਂ ਹੈ। ਕੀ ਕੋਈ ਗੈਰਤਮੰਦ ਪੰਜਾਬੀ ਵੀਰ ਮੈਨੂੰ ਦੱਸਣਾ ਚਾਹੇਗਾ ਕਿ ਬੇਕਸੂਰ ਔਰਤਾਂ ਨੂੰ ਮਾਰਨ ਵਾਲੇ ਅਤੇ ਆਪਣੀਆਂ ਧੀਆਂ ਨੂੰ ਕਤਲ ਕਰਨ ਵਾਲੇ ਅਜਿਹੇ ਮਰਦਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ? ਬਹੁਤੇ ਲੋਕ ਇਹ ਵਿਚਾਰ ਰੱਖਦੇ ਹਨ ਕਿ ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣ ਹਨ, ਕਿਉਂਕਿ ਸੱਸਾਂ ਹੀ ਆਪਣੀਆਂ ਨੂੰਹਾਂ ਨੂੰ ਅਜਿਹਾ ਕਰਨ ਤੇ ਮਜਬੂਰ ਕਰਦੀਆਂ ਹਨ। ਇਹੀ ਸੋਚ ਦਿਮਾਗ ਵਿੱਚ ਰੱਖ ਕੇ ਮੈਂ ਪਿੰਡ ਦੀਆਂ ਲਗਭਗ 250 ਨੂੰਹਾਂ ਨੂੰ ਪੁੱਛਿਆ ਕਿ ਘਰ ਵਿੱਚ ਕੁੜੀ ਜੰਮਣ ਤੋਂ ਕੌਣ ਜ਼ਿਆਦਾ ਰੋਕਦਾ ਹੈ। ਮੈਨੂੰ ਹੈਰਾਨੀ ਤਾਂ ਜ਼ਰੂਰ ਹੋਈ, ਪਰ ਉਹਨਾਂ ਦੇ ਜਵਾਬ ਲਗਭਗ ਇੱਕੋ ਜਿਹੇ ਸਨ। ਅਸੀਂ ਤਾਂ ਘਰ ਵਿੱਚ ਕੱਪੜਾ ਜਾਂ ਸਬਜ਼ੀ ਵੀ ਆਪਣੀ ਪਸੰਦ ਦਾ ਨਹੀਂ ਲੈ ਸਕਦੀਆਂ, ਤੇ ਕੁੜੀ ਜੰਮਣ ਦੀ ਮਰਜ਼ੀ ਸਾਡੀ ਕਿੱਥੇ ਚੱਲਣੀ ਹੈ? ਸਾਡੇ ਸਹੁਰਾ ਸਾਹਿਬ ਜਾਂ ਪਤੀ ਇਹ ਹੁਕਮ ਸੁਣਾ ਦਿੰਦੇ ਹਨ ਤੇ ਜਰਨੈਲੀ ਦਾ ਕੰਮ ਅੱਗੇ ਸਾਡੀ ਸੱਸ ਚੁੱਕ ਲੈਂਦੀ ਹੈ, ਜੋ 24 ਘੰਟੇ ਸਾਡੇ ਮਗਰ ਲੱਠ ਚੁੱਕ ਕੇ ਪਈ ਰਹਿੰਦੀ ਹੈ। ਜਾਨੀ ਘਰ ਦਾ ਮੋਹਰੀ ਰਾਜਾ ਹੁਕਮ ਸੁਣਾ ਕੇ ਪਾਸੇ ਹੋ ਗਿਆ ਤੇ ਮਾੜੀ ਪੈ ਗਈ ਜਰਨੈਲ ਜਾਂ ਔਰਤ ਜ਼ਾਤ। ਖੈਰ, ਕਾਰਨ ਜੋ ਵੀ ਹੋਵੇ, ਮਸਲਾ ਤਾਂ ਅਜਿਹੀਆਂ ਦੁਖਿਆਰੀ ਔਰਤਾਂ ਦੀ ਜ਼ਿੰਦਗੀ ਦਾ ਹੈ। 2 ਵਕਤ ਦੀ ਰੋਟੀ ਜਾਂ ਤਨ ਢੱਕਣ ਨੂੰ ਹੀ ਕੱਪੜਾ ਇਹਨਾਂ ਲਈ ਕਾਫੀ ਨਹੀਂ ਹੈ। ਜੇ ਮਾਦਾ ਭਰੂਣ ਹੱਤਿਆ ਰੋਕਣੀ ਹੈ ਤਾਂ ਵੱਡੀ ਪੱਧਰ ਤੇ ਜ਼ੋਰ ਸ਼ੋਰ ਨਾਲ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ। ਅਜਿਹੀਆਂ ਔਰਤਾਂ ਲਈ ਰੋਜ਼ਗਾਰ ਜਾਂ ਕਿੱਤੇ ਦੀ ਸਖਤ ਲੋੜ ਹੈ ਤਾਂ ਜੋ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਹਰ ਪਿੰਡ ਵਿੱਚ ਗਰਭਵਤੀ ਔਰਤਾਂ ਦੀ ਗਿਣਤੀ ਸਰਕਾਰ ਵੱਲੋਂ ਹੁੰਦੀ ਰਹਿੰਦੀ ਹੈ। ਕੰਮ ਬਚਿਆ ਹੈ ਤਾਂ ਇਹ ਕਿ ਹਰ ਜੱਚਾ ਦੀ ਮਹੀਨੇ ਵਿੱਚ 2 ਵਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਦੇਖਭਾਲ ਤੇ ਉਸ ਉੱਤੇ ਹੁੰਦੇ ਅਤਿਆਚਾਰ ਬਾਰੇ ਗੌਰ ਕਰਨਾ ਤੇ ਮਾਦਾ ਭਰੂਣ ਹੱਤਿਆ ਵਰਗੇ ਜੁਰਮ ਬਾਰੇ ਚੇਤੰਨ ਕਰਨਾ। ਇਸ ਕੰਮ ਲਈ NGO ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਕਾਫੀ ਮਦਦ ਕਰ ਸਕਦੀਆਂ ਹਨ। ਜਿਹੜੇ ਵੀ ਅਮੀਰਜ਼ਾਦੇ ਵਾਧੂ ਪੈਸੇ ਦੇ ਬਾਵਜੂਦ ਢਹਿੰਦੀਆਂ ਕਲਾਂ ਵਿੱਚ ਜਾ ਰਹੇ ਹਨ ਤੇ ਅਖਬਾਰੀ ਸੁਰਖੀਆਂ ਬਣਨ ਦੇ ਚਾਹਵਾਨ ਹਨ, ਉਹ ਅਜਿਹੀਆਂ ਔਰਤਾਂ ਤੇ ਉਹਨਾਂ ਦੀਆਂ ਬੱਚੀਆਂ ਨੂੰ ਆਪਣੇ ਪੈਰਾਂ ਤੇ ਖੜੀਆਂ ਹੋਣ ਲਈ ਮਾਲੀ ਮਦਦ ਕਰ ਸਕਦੇ ਹਨ। ਤਾਂ ਉਹਨਾਂ ਦਾ ਸੁਰਖੀ ਬਣਨ ਦਾ ਕੰਮ ਵੀ ਆਪੇ ਹੀ ਹੋ ਜਾਵੇਗਾ ਤੇ ਕਿਸੇ ਦਾ ਭਲਾ ਵੀ ਹੋ ਜਾਵੇਗਾ। ਹੁਣ ਤਾਂ ਅਮਰੀਕੀ ਡਾਕਟਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਢਿੱਡ ਅੰਦਰ ਪਲ ਰਹੇ ਭਰੂਣ ਉਂਗਲਾਂ ਹਿਲਾਉਂਦੇ ਹਨ, ਉਹ ਬਾਸੀ ਲੈਂਦੇ ਹਨ, ਪਾਸਾ ਲੈਂਦੇ ਹਨ ਅਤੇ ਦਰਦ ਵੀ ਮਹਿਸੂਸ ਕਰਦੇ ਹਨ। ਅੰਗੂਠਾ ਚੂਸਦੇ ਤੇ ਮੁਸਕਰਾਉਂਦੇ ਹੋਏ ਭਰੂਣ ਤਾਂ ਵਾਕਈ ਬਹੁਤ ਖੂਬਸੂਰਤ ਲੱਗਦੇ ਹਨ। ਭਰੂਣ ਢਿੱਡ ਉੱਪਰਲੀ ਛੋਹ ਦਾ ਅਹਿਸਾਸ ਕਰਕੇ ਜਵਾਬੀ ਹੁੰਗਾਰਾ ਵੀ ਭਰਦੇ ਹਨ। ਉਹ ਮਾਂ ਦੀ ਉਦਾਸੀ ਨਾਲ ਉਦਾਸ ਹੋ ਕੇ ਤੇ ਖੁਸ਼ੀ ਨਾਲ ਖੁਸ਼ ਹੋ ਕੇ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ। ਸਿਰਫ ਆਪਣੀ ਦਰਦ ਦੀ ਆਵਾਜ਼ ਮਾਂ ਜਾਂ ਪਿਓ ਦੇ ਕੰਨੀ ਨਾ ਪਹੁੰਚਾਉਣ ਕਰਕੇ ਕੀ ਉਹਨਾਂ ਨੂੰ ਟੋਟੇ-ਟੋਟੇ ਕਰਕੇ ਵੱਢ ਕੇ ਸੁੱਟਣਾ ਜਾਇਜ਼ ਹੈ? ਮੈਂ ਤਾਂ ਹਮੇਸ਼ਾ ਹੀ ਇਹੀ ਕਹਿੰਦੀ ਹਾਂ ਕਿ ਭਰੂਣ ਦਾ ਵੱਢਣਾ ਵੀ ਕਤਲ ਹੀ ਹੁੰਦਾ ਹੈ,
ਤੇ ਇਹ ਕਾਰਾ ਕਰਨ ਵਾਲੇ ਕਾਤਲ ਹੁੰਦੇ ਹਨ। ਹੁਣ ਤਾਂ ਮਾਣਯੋਗ ਜੱਜ ਸਹਿਬਾਨ ਹੀ ਧਿਆਨ ਦੇਣ ਕਿ ਕੀ ਇਹਨਾਂ ਕਾਤਲਾਂ ਨੂੰ ਬੇਜ਼ੁਬਾਨ ਮਜ਼ਲੂਮਾਂ ਦੇ ਕਤਲ ਕਰਨ ਤੇ ਸਜ਼ਾਏ ਮੌਤ ਨਹੀਂ ਮਿਲਣੀ ਚਾਹੀਦੀ। ਹਵਾਲਾ ਭਰੂਣ ਹੱਤਿਆ ਇੱਕ ਸਰਾਪ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ।